ਨਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਰਾਜਾ ਨ ਰਾਜ ਭਾਨਾ ਨ ਭਾਨ ਦੇਵਾ ਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦੇ ਨਾਲ ਜਿਸ ਸਮੇਂ ਗੁਰੂ ਦੀ ਹਜ਼ੂਰੀ ਬੜੀ ਹੀ ਭਾਗਾਂ ਦੇ ਨਾਲ ਮਿਲੀ ਹੈ। ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਗੁਰਦੇਵ ਦੇ ਚਰਨਾਂ ਦੇ ਵਿੱਚ ਆਪੋ ਆਪਣੀ ਸੁਰਤ ਜੋੜੀਏ। ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਆਪੋ ਆਪਣੀ ਹਾਜ਼ਰੀ ਲਵਾਈਏ। ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੋ ਪਾਵਨ ਪਵਿੱਤਰ ਅਰਦਾਸ ਦੀ ਵਿਚਾਰ ਗੁਰੂ ਸਾਹਿਬ ਜੀ ਦੇ ਕਿਰਪਾ ਦੇ ਨਾਲ ਆਪਾਂ ਆਰੰਭੀ ਹੈ। ਗੁਰਦੇਵ ਅੱਜ ਪਾਵਨ ਬਚਨਾਂ ਅੰਦਰ ਦ੍ਰਿੜ ਪਏ ਕਰਵਾਉਂਦੇ ਨੇ ਵੀ ਪਿਆਰੇ, ਅਰਦਾਸ ਕਿਸ ਅੱਗੇ ਕਰਨੀ ਹੈ, ਅਰਦਾਸ ਕਿਵੇਂ ਕਰਨੀ ਹੈ। ਗੁਰਦੇਵ ਨੇ ਪਹਿਲਾ ਬਚਨ ਕਰਿਆ ਪਿਆਰੇ, ਅਰਦਾਸ ਕਰਨ ਵੇਲੇ ਆਪਾ ਸਮਰਪਣ ਜ਼ਰੂਰੀ ਹੈ। ਗੁਰਦੇਵ ਨੇ ਜੋ ਪਿਛਲੇ ਦਿਨਾਂ ਅੰਦਰ ਬਚਨ ਦ੍ਰਿੜ ਕਰਵਾਏ ਸੀ, ਪਿਆਰੇ ਤੇਰੀ ਭੇਟਾਵਾਂ ਤਿੰਨ ਹੋਣੀਆਂ ਚਾਹੀਦੀਆਂ ਨੇ। ਅਰਦਾਸ ਵੇਲੇ ਆਪਾ ਸਮਰਪਣ ਜਦੋਂ ਕਰੇਗਾ, ਤਨ ਮਨ ਅਤੇ ਧਨ ਤਿੰਨ ਹੀ ਚੀਜ਼ਾਂ ਦਾ ਤੈਨੂੰ ਖਿਆਲ ਛੱਡ ਕੇ ਕੇਵਲ ਗੁਰਦੇਵ ਦੇ ਚਰਨ ਹੀ ਚੇਤੇ ਰਹਿਣੇ ਚਾਹੀਦੇ ਨੇ। ਅੱਜ ਗੁਰਦੇਵ ਦ੍ਰਿੜ ਕਰਵਾਉਂਦੇ ਨੇ ਪਿਆਰੇ, ਅਰਦਾਸ ਕਿਸ ਅੱਗੇ ਕਰਨੀ ਹੈ। ਪਹਿਲਾ ਬਚਨ ਕਹਿਣ ਲੱਗੇ ਪਿਆਰੇ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ। ਪਿਆਰੇ ਉਹਦੇ ਅੱਗੇ ਜਦੋਂ ਜੋਦੜੀ ਕਰੇਗਾ, ਇੱਕੋ ਦਾਤਾ ਦਾਤਾਰ ਦੀ ਸੇਵਾ ਕਰਨੀ ਚਾਹੀਦੀ ਹੈ। ਇੱਕੋ ਹੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਕਹਿਣ ਲੱਗੇ ਇੱਕੋ ਦਾਤਾ ਦੀ ਸੇਵਾ ਕਰੀ, ਇੱਕੋ ਨਹੀਂ ਧਿਆਈ, ਇੱਕ ਦੇ ਹੀ ਟਹਿਲ ਕਮਾਈ। ਸਦਾ ਇੱਕੋ ਹੀ ਦਾਤਾ ਹੋਵੇ ਤੇਰਾ, ਜਿਹਦੇ ਤੋਂ ਤੂੰ ਮੰਗਣਾ ਹੋਵੇ। ਕੇਵਲ ਇੱਕ ਅੱਗੇ ਅਰਦਾਸ ਕਰੀ, ਇੱਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਹੈ। ਜਿਸ ਪਾਸੋਂ ਮੰਗ ਮੰਗੀ ਮਨ ਮੰਨੀ, ਕਹਿੰਦੇ ਮੁਰਾਦ ਤੇਰੀ ਪੂਰੀ ਹੋਵੇਗੀ। ਮਨ ਚਿੰਦਿਆ ਫਲ ਪਾਈਏ। ਕਈ ਵਾਰੀ ਭਟਕ ਜਾਂਦੇ ਆ, ਸਮਝ ਨਹੀਂ ਆਉਂਦੀ, ਤੇ ਗੁਰੂ ਸਾਹਿਬ ਕਹਿਣ ਲੱਗੇ ਪਿਆਰੇ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ।
ਪਾਸਾ ਆਪਣਾ ਇੱਕ ਹੀ ਰੱਖੀ ਜੇ। ਪਿੱਛੇ ਬਚਨ ਸੀ ਹਰਿ ਕੋ ਦਾਤਾ ਸੇਵੀਐ ਹਰ ਇੱਕ ਧਿਆਈਐ। ਹਰਿ ਕੋ ਦਾਤਾ ਮੰਗੀਐ ਮਨ ਚੰਦਿਆ ਪਾਈਐ। ਪਿਆਰੇ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਜੇ ਮਾਲਕ ਦਾ ਦਰ ਛੱਡ ਕੇ, ਇੱਕ ਦਾ ਦਰ ਛੱਡ ਕੇ ਕਿਸੇ ਦੂਜੇ ਪਾਸੇ ਜਾ ਕੇ ਮੰਗਦਾ ਹੈ, ਜੇ ਕਿਸੇ ਹੋਰ ਕੋਲੋਂ ਮੰਗੀਏ ਤੇ ਸ਼ਰਮ ਨਾਲ ਮਰ ਜਾਈਏ। ਜੇਕਰ ਤੂੰ ਕਿਸੇ ਹੋਰ ਪਾਸੋਂ ਮੰਗਣ ਲੱਗ ਪਿਆ ਹੈ, ਗੁਰੂ ਸਾਹਿਬ ਕਹਿਣ ਲੱਗੇ ਤਾਂ ਲਾਜ ਮਰਾਈਏ, ਤਾਂ ਤੂੰ ਬੇਸ਼ਰਮ ਹੋ। ਤੇਰੇ ਅੰਦਰ ਲੱਜਿਆ ਨਹੀਂ, ਤੂੰ ਦੂਜੇ ਦਰ ਤੇ ਜਾਣਾ ਹੈ। ਅਰਦਾਸ ਕਰਨ ਵੇਲੇ ਚੇਤੇ ਕਰੀ ਇੱਕੋ ਦਾਤਾ ਦੀ ਸੇਵਾ, ਇੱਕ ਦੀ ਟਹਿਲ, ਇੱਕ ਨੂੰ ਧਿਆਉਣਾ, ਇੱਕ ਪਾਸੇ ਹੀ ਮੰਗਣਾ। ਜੇ ਦੂਜੇ ਪਾਸੋਂ ਮੰਗੇਗਾ, ਕਹਿਣ ਲੱਗੇ ਲਾਜ ਮਰਾਈਐ। ਹੋਰ ਕਿਸੇ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ। ਗੁਰਦੇਵ ਕਿਸ ਅੱਗੇ ਅਰਦਾਸ ਕਰੀਏ? ਤੇ ਪ੍ਰਾਤਰ ਮਹਾਂਪੁਰਸ਼ ਕਿਆ ਕਰਦੇ ਸਨ ਪਿਆਰੇ, ਜਿਸ ਦਾ ਘਰ ਹੁੰਦਾ ਹੈ ਉਸ ਨੂੰ ਹੀ ਉਸ ਘਰ ਦੀ ਫਿਕਰ ਹੁੰਦੀ ਹੈ, ਹੋਰਾਂ ਨੂੰ ਅਗਲੇ ਦੇ ਘਰ ਤੋਂ ਕੁਝ ਨਹੀਂ ਲੈਣਾ ਹੁੰਦਾ। ਜਿਸ ਦਾ ਹੋਵੇ ਘਰ ਉਹੀ ਪਰਤ ਕੇ ਘਰ ਨੂੰ ਸੰਭਾਲਦਾ ਹੈ। ਮਾਲਕ ਬਿਨਾ ਇਸ ਘਰ ਨੂੰ ਸੰਭਾਲੇ ਕੌਣ? ਅੱਜ ਦਾ ਪਾਵਨ ਫੁਰਮਾਨ ਗੁਰਦੇਵ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਉਸ ਘਰ ਦੀ ਹੀ ਪਏ ਗੱਲ ਕਰਦੇ ਨੇ। ਗੁਰਦੇਵ ਨੇ ਬਚਨ ਕਰਿਆ, ਕਹਿਣ ਲੱਗੇ ਪਿਆਰੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਕਹਿਣ ਲੱਗੇ ਹੈ ਭਾਈ, ਜਿਸ ਪ੍ਰਭੂ ਦਾ ਦਿੱਤਾ ਹੋਇਆ, ਹੁਣ ਪਿੱਛੇ ਆਪਾਂ ਸਮਝਣ ਦਾ ਯਤਨ ਕਰਿਆ ਵੀ ਜਿਸ ਦਾ ਹੋਵੇ ਘਰ ਉਹਨੂੰ ਹੀ ਸੰਭਾਲਣ ਦੀ ਫਿਕਰ ਹੁੰਦੀ ਹੈ, ਦੂਜੇ ਨੇ ਕੋਈ ਕਿਸੇ ਤੋਂ ਲੈਣਾ ਹੀ ਨਹੀਂ। ਬਚਨ ਸਿੱਧਾ ਹੈ ਪਿਆਰੇ, ਜਿਹਦਾ ਦਿੱਤਾ ਹੋਇਆ ਤਨ ਮਨ ਅਤੇ ਧਨ, ਤਨ ਵੀ ਉਸ ਦਾ ਦਿੱਤਾ ਹੋਇਆ ਹੈ ਪਿਆਰੇ, ਮਾਲਕ ਇਸ ਦਾ ਉਹੀ ਹੈ, ਉਸ ਨੂੰ ਇਸ ਦੀ ਫਿਕਰ ਹੈ। ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ ਪਦਾਰਥ ਵੀ ਉਸੇ ਦਾ ਦਿੱਤਾ ਹੋਇਆ ਹੈ। ਸਤਿਗੁਰੂ ਕਹਿਣ ਲੱਗੇ ਉਹ ਸੁਚਜਾ ਅਤੇ ਸਿਆਣਾ ਹੈ। ਜਿੱਥੇ ਮਰਜ਼ੀ ਚਲਾ ਜਾ, ਜਿਹੜਾ ਇਸ ਘਰ ਦਾ ਮਾਲਕ ਹੈ, ਕਹਿਣ ਲੱਗੇ ਇਸ ਮਾਲਕ ਨੇ ਤੇਰੀ ਪੁਕਾਰ ਸੁਣਨੀ, ਹੋਰ ਕੋਈ ਸੁਣ ਨਹੀਂ ਸਕਦਾ। ਅਗਲਾ ਬਚਨ ਕਰਿਆ ਗੁਰਦੇਵ ਨੇ, ਕਹਿਣ ਲੱਗੇ ਪਿਆਰੇ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਅਸਾਂ ਜੀਵਾਂ ਦੇ ਦੁੱਖ ਸੁੱਖ ਸਦਾ ਹੀ ਪਰਮਾਤਮਾ ਨੇ ਹੀ ਸੁਣੇ ਨੇ, ਮਾਲਕ ਹੀ ਸੁਣਦਾ ਹੈ। ਕਹਿਣ ਲੱਗੇ ਦੁੱਖ ਸੁੱਖ ਦੋਵੇਂ ਮਾਲਕ ਪਿਆ ਸੁਣਦਾ ਹੈ। ਜਦੋਂ ਉਹ ਸਾਡੀ ਅਰਦਾਸ ਅਰਜ਼ੋਈ ਸੁਣਦਾ ਹੈ, ਤਦੋਂ ਸਾਡੀ ਹਾਲਾਤ ਕਹਿਣ ਲੱਗੇ ਚੰਗੇ ਬਣ ਜਾਂਦੇ ਨੇ। ਤਿਨਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੇਕੀ ਖਟਾਨੀ। ਪਿਆਰੇ, ਦੁੱਖ ਸੁੱਖ ਉਹੀ ਸੁਣਦਾ ਹੈ ਜਿਹਦਾ ਆਹ ਘਰ ਹੈ, ਜਿਹੜਾ ਮਾਲਕ ਹੈ। ਮਾਲਕ ਨੂੰ ਪਤਾ ਹੈ ਉਸ ਦੇ ਘਰ ਵਿੱਚ ਕਿਸ ਚੀਜ਼ ਦੀ ਕਮੀ ਹੈ, ਕਿਸ ਚੀਜ਼ ਦਾ ਵਾਧਾ ਹੈ। ਤੇ ਪਿਆਰੇ, ਮਨ ਨੂੰ ਕਹਿਣ ਲੱਗੇ ਸਦਾ ਸੰਕੋਚ ਕੇ ਆਪਾ ਸਮਰਪਣ ਕਰਕੇ ਸਮਝੀ। ਗੁਰਦੇਵ ਕੀ ਸਮਝਾਂ ਪਿਆਰੇ, ਜੀ ਕੀ ਏਕੈ ਹੀ ਪਹਿ ਮਾਨੀ। ਹੇ ਭਾਈ, ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। ਇੱਕ ਨੂੰ ਛੱਡ ਕੇ ਤੇ ਦੂਜੇ ਪਾਸੇ ਜਾਏਗਾ ਤਾਂ ਲਾਜ ਮਰਾਈਏ। ਕਹਿਣ ਲੱਗੇ ਗੁਰੂਦੇਵ, ਕਈ ਲੋਕ ਯਤਨ ਕਰਦੇ ਨੇ, ਉਹਨਾਂ ਦੀ ਕੋਈ ਕੀਮਤ ਹੈ? ਤੇ ਗੁਰਦੇਵ ਨੇ ਜਵਾਬ ਦਿੰਦੇ ਹੋਏ ਕਿਹਾ, ਪਿਆਰੇ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਪਰਮਾਤਮਾ ਦੇ ਆਸਰੇ ਤੋਂ ਬਿਨਾਂ ਲੋਕ ਜਿਹੜੇ ਹੋਰ ਬਥੇਰੇ ਯਤਨ ਕਰਦੇ ਨੇ ਪਰ ਥੱਕ ਜਾਂਦੇ ਨੇ। ਗੁਰਦੇਵ ਕਹਿਣ ਲੱਗੇ ਉਹਨਾਂ ਦਾ ਮੁੱਲ ਇੱਕ ਤਿਲ ਜਿਤਨਾ ਵੀ ਨਹੀਂ ਪੈਂਦਾ।
ਤਿੰਨ ਤਿਲ ਨਹੀਂ ਕੀਮਤ ਜਾਨੀ। ਇੱਕ ਤਿਲ ਮਾਤਰ ਵੀ ਕਹਿਣ ਲੱਗੇ ਪਿਆਰੇ ਉਹਨਾਂ ਦੀ ਕੀਮਤ ਨਹੀਂ ਪੈਂਦੀ। ਜੀ ਕੀ ਇੱਕ ਹੈ ਹੀ ਪਹਿਮਾਨੀ। ਜੀ ਦੀ ਸਦਾ ਹੀ ਇੱਕ ਪ੍ਰਮਾਤਮਾ ਅੱਗੇ ਹੀ ਅਰਜ਼ੋਈ ਸੁਣੀ ਜਾਣੀ ਹੈ, ਹੋਰ ਕੋਈ ਨਹੀਂ। ਗੁਰਦੇਵ ਦਾ ਫਿਰ ਅਗਲਾ ਬਚਨ, ਪਿਆਰੇ ਤੂੰ ਸਦਾ ਅਰਦਾਸ ਬੇਨਤੀ ਕਰਨ ਲੱਗੇ ਆ ਦ੍ਰਿੜ ਕਰਕੇ ਰੱਖ, ਹਿੱਕ ਸੇਵੀ ਹਿੱਕ ਸਮਲਾ, ਹਰ ਇਕਸ ਪਹਿ ਅਰਦਾਸ। ਮੇਰੀ ਇੱਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿੱਚ ਮੈਂ ਸੰਭਾਲ ਕੇ ਰੱਖਾਂ। ਗੁਰਦੇਵ ਨੇ ਬਚਨ ਕਰਿਆ ਪਿਆਰੇ ਉਸ ਬਲ ਵਾਲੇ ਨੂੰ ਗਾ ਜਿਸ ਦੇ ਅੰਦਰ ਬੇਅੰਤ ਬਲ ਹੈ, ਜਿਹੜਾ ਅਮਿਤੋਜ ਹੈ। ਗੁਰਦੇਵ ਜੀ ਅਮਿਤੋਜ ਕਹਿਣ ਲੱਗੇ, ਹੁਣ ਅਮਿਤੋਜ ਜਾਪ ਸਾਹਿਬ ਅੰਦਰ ਸ਼ਬਦ ਆਇਆ, ਅਮਿਤ ਜਿਹੜਾ ਮਿਣਿਆ ਨਾ ਜਾਵੇ। ਤੋਜ ਸਤਿਗੁਰੂ ਬਚਨ ਕਰਨ ਲੱਗੇ ਪਿਆਰੇ ਬਲ ਵਾਲਾ, ਉਸ ਦੇ ਬਲ ਨੂੰ ਕਦੇ ਮਿਣਿਆ ਨਹੀਂ ਜਾ ਸਕਦਾ। ਸੰਸਾਰ ਦੇ ਬਲ ਸਭ ਖਤਮ ਹੋ ਜਾਣੇ ਨੇ, ਕੇਵਲ ਅਮਿਤੋਜ ਹੀ ਰਹਿਣਾ ਹੈ ਜਿਹਦਾ ਬਲ ਨਾਪਿਆ ਨਹੀਂ ਜਾ ਸਕਦਾ। ਬਚਨ ਕਰਦੇ ਨੇ ਪਿਆਰੇ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਦੇ ਵਿੱਚ ਗੁਰੂ ਸਾਹਿਬ ਅਰਦਾਸ ਕਰਨ ਦਾ ਢੰਗ ਗੁਰੂ ਗ੍ਰੰਥ ਸਾਹਿਬ ਅੰਦਰ ਹੀ ਪਏ ਦੱਸਦੇ ਨੇ। ਪਿਆਰੇ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੇਰੇ ਮਾਲਕ ਤੂੰ ਹੀ ਮੇਰੇ ਵਾਸਤੇ ਬਲ ਹੈ, ਤੂੰ ਹੀ ਮੇਰੇ ਵਾਸਤੇ ਆਸਰਾ ਹੈ ਅਤੇ ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ, ਹੋਰ ਕੋਈ ਦਰ ਦਿਸਦਾ ਹੀ ਨਹੀਂ। ਜੇ ਤੇਰੇ ਦਰ ਨੂੰ ਛੱਡ ਕੇ ਹੋਰ ਕਿਤੇ ਜਾਣਾ ਹਾਂ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ। ਹੈ ਪਿਛਲੇ ਸ਼ਬਦ ਦੀ ਹੀ ਵਿਆਖਿਆ, ਕਹਿਣ ਲੱਗੇ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੇਰੇ ਵਾਸਤੇ ਹੋਰ ਕੋਈ ਅਜਿਹਾ ਆਸਰਾ ਜਾਂ ਥਾਂ ਨਹੀਂ ਜਿਸ ਕੋਲ ਜਾ ਕੇ ਮੈਂ ਆਪਣੀ ਬੇਨਤੀ ਕਰਾਂ, ਅਰਜ਼ੋਈ ਕਰਾਂ, ਅਰਦਾਸ ਕਰਾਂ। ਮੈਂ ਆਪਣਾ ਹਰੇਕ ਸੁੱਖ ਹਰੇਕ ਦੁੱਖ ਤੇਰੇ ਕੋਲ ਹੀ ਆਪਣਾ ਪੇਸ਼ ਕਰਦਾ। ਗੁਰੂ ਸਾਹਿਬ ਇੰਨਾ ਆਪਾ ਸਮਰਪਣ ਕਰਦੇ। ਗੁਰੂ ਸਾਹਿਬ ਕਹਿਣ ਲੱਗੇ ਧੂੜ ਬਣ ਕੇ ਰਹਿ ਜਾ ਇਸ ਦੇ ਚਰਨਾਂ ਦੀ, ਇੰਨਾ ਆਪਾ ਸਮਰਪਣ ਕਰ। ਤਿੰਨੇ ਚੀਜ਼ਾਂ ਦਾ ਹਕਾਰ ਇੰਜ ਚੂਰ ਕਰਕੇ ਰੱਖ ਦੀ ਜਿਵੇਂ ਮਹਿੰਦੀ ਨੂੰ ਪੀਸਿਆ ਜਾਂਦਾ ਹੈ। ਗੁਰਦੇਵ ਉਸ ਦੇ ਵਿੱਚ ਕਿੰਨਾ ਬਲ ਹੈ ਤੇ ਕਹਿਣ ਲੱਗੇ ਪਿਆਰੇ ਬਲ ਦੇਖ, ਉਹਨੇ ਵਿਰੋਧੀ ਤੱਤਾਂ ਨੂੰ ਇੰਜ ਇਕੱਠਾ ਕਰ ਦਿੱਤਾ ਹੈ ਜਿਵੇਂ ਬਚਨ ਕੀਤਾ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ। ਹੁਣ ਪਾਣੀ ਅਤੇ ਅੱਗ ਆਪਸੀ ਵਿੱਚ ਆ ਵਿਰੋਧੀ ਤੱਤ ਨੇ। ਪਾਤਸ਼ਾਹ ਕਹਿਣ ਲੱਗੇ ਪਿਆਰੇ ਤੱਕ ਤਾਂ ਸਹੀ ਜਰਾ, ਇੰਨੇ ਬਲ ਵਾਲੇ ਨੇ, ਇਹਨਾਂ ਦੋਨਾਂ ਵਿਰੋਧੀਆਂ ਨੂੰ ਇਕੱਠਾ ਕਰਕੇ ਰੱਖ ਦਿੱਤਾ ਹੈ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ। ਹੇ ਮੇਰੇ ਮਨ ਵੇਖ, ਪਾਣੀ ਦੇ ਵਿੱਚ ਧਰਤੀ ਹੈ, ਧਰਤੀ ਦੇ ਵਿੱਚ ਪਾਣੀ ਹੈ ਅਤੇ ਲੱਕੜ ਹੈ, ਲੱਕੜ ਦੇ ਵਿੱਚ ਅੱਗ ਰੱਖੀ ਹੋਈ ਹੈ ਇੱਕ ਦੂਜੇ ਦੇ ਵਿਰੋਧੀ ਤੱਤ। ਪਰ ਪਿਆਰੇ ਇਹਨਾਂ ਨੇ ਗੁਰਦੇਵ ਨੇ ਕਹਿਣ ਲੱਗੇ ਬਚਨਾਂ ਦੇ ਅੰਦਰ ਪਿਆਰੇ ਪਰਮੇਸ਼ਵਰ ਨੇ ਇਹਨਾਂ ਨੂੰ ਇੰਜ ਬੰਨ੍ਹ ਕੇ ਰੱਖਿਆ ਹੈ ਜਿਵੇਂ ਬੱਕਰੀ ਅਤੇ ਸ਼ੇਰ ਇਕੱਠੇ ਰਹਿ ਨਹੀਂ ਸਕਦੇ, ਪਰ ਪਰਮਾਤਮਾ ਨੇ ਉਹ ਜੀ ਵਿਧ ਵਰਤਾ ਕੇ ਇਹਨਾਂ ਦੋਨਾਂ ਨੂੰ ਇਕੱਠਾ ਕਰ ਦਿੱਤਾ ਹੈ ਸਾਰੇ ਵਿਰੋਧੀ ਤੱਤ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ। ਇੰਜ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਿਵੇਂ ਬੱਕਰੀ ਤੇ ਸ਼ੇਰ ਇਕੱਠੇ ਰਹਿ ਨਹੀਂ ਸਕਦੇ, ਪਰ ਇਹਨਾਂ ਨੇ ਇਕੱਠਾ ਕਰ ਦਿੱਤਾ ਹੈ। ਬੱਕਰੀ ਸਿੰਘ ਇੱਕ ਤੈ ਥਾਏ ਰਾਖੇ, ਮਨ ਹਾਰ ਜਪ ਭ੍ਰਮ ਭਾਉ ਦੂਰ ਕੀਜੈ। ਪਿਆਰੇ ਮਾਲਕ, ਬੱਕਰੀ ਅਤੇ ਸ਼ੇਰ ਸਾਹਿਬ ਨੇ ਇੱਕੋ ਜਗ੍ਹਾ ਹੀ ਰੱਖੇ ਹੋਏ ਹਨ।
हे ਬੰਦੇ ਤੂੰ ਹਰੀ ਦਾ ਆਰਾਧਨਾ ਕਰ ਅਤੇ ਆਪਣੇ ਸੰਦੇਹ ਅਤੇ ਡਰ ਨੂੰ ਨਿਰਵਿਰਤ ਕਰ ਦੇ। ਕਈ ਵਾਰੀ ਅਰਦਾਸ ਕਰਦੇ ਆ ਨਾ, ਆਪਣੇ ਤੋਂ ਜ਼ਿਆਦਾ ਜਿਹਦੇ ਕੋਲ ਚਾਲ ਛਿੱਲੜ ਜ਼ਿਆਦੇ ਹੈ, ਜਾਂ ਕੋਈ ਚੰਗੇ ਕਾਰੋਬਾਰ ਵਾਲਾ ਹੈ, ਜਾਂ ਕਿਸੇ ਦੀ ਕੋਈ ਚਾਕਰੀ ਕਰਦਾ ਹੈ, ਉਸ ਚਾਕਰੀ ਕਰਨ ਵਾਲਾ ਇਨਸਾਨ ਇੰਜ ਸਮਝਦਾ ਹੈ ਵੀ ਜਿਹੜੀ ਚਾਕਰੀ ਮੈਂ ਕਰਦਾ ਹਾਂ ਕੇਵਲ ਮੇਰਾ ਮਾਲਕ ਉਹੀ ਹੈ। ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਿਆਰੇ, ਜਿਹਦੀ ਤੂੰ ਚਾਕਰੀ ਕਰਦਾ ਹੈ ਨਾ, ਅਸਲ ਵਿੱਚ ਉਹ ਤੇਰਾ ਮਾਲਕ ਨਹੀਂ। ਨਾ ਰਿਜ਼ਕ ਦਸਤ ਆਕਸੇ, ਜੀਵਾਂ ਦਾ ਰਿਜ਼ਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਵਿੱਚ ਨਹੀਂ। ਸਦਾ ਹੀ ਦ੍ਰਿੜ ਕਰਕੇ ਰੱਖੀ ਅਰਦਾਸ ਵੇਲੇ ਸ਼ਬਦ ਆ ਵੀ ਚੇਤੇ ਰਹਿਣਾ ਚਾਹੀਦਾ ਹੈ। ਹਮਾਰਾ ਏਕ ਆਸ ਵਸੇ, ਸਭ ਜੀਵਾਂ ਨੂੰ ਇੱਕ ਪ੍ਰਭੂ ਦੀ ਹੀ ਆਸ ਹੈ। ਗੁਰਦੇਵ ਨੇ ਦ੍ਰਿੜ ਕਰਵਾਇਆ, ਪਿਆਰੇ ਫਿਰ ਅਰਦਾਸ ਵਿੱਚ ਸ਼ਬਦ ਲੈ ਲਈ, ਅਸਤ ਏਕ ਦਿਗਰ ਕੋਈ, ਏਕ ਤੁਈ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਮਨ ਵਿੱਚ ਆਇਆ ਵੀ ਮੇਰੇ ਤੋਂ ਧਨਾੜ ਹੈ, ਉਸ ਤੋਂ ਮੰਗ ਲਵਾਂ, ਉਹਦੀ ਮਿਹਨਤਾਂ ਕਰ ਲਵਾਂ। ਗੁਰਦੇਵ ਕਹਿਣ ਲੱਗੇ, ਪਿਆਰੇ ਕਿਹਦੀਆਂ ਮਿਹਨਤਾਂ? ਮਨ ਵਿੱਚ ਆਉਂਦਾ ਉਹਦੀ ਮਿਹਨਤ ਕਰ ਲਈਏ। ਜਿਹਦੇ ਕੋਲੇ ਬਲ ਹੈ, ਤਾਣ ਹੈ, ਜਿਹਦੇ ਕੋਲ ਪੈਸਾ ਹੈ, ਉਹਦੇ ਕੋਲੇ ਮਦਦ ਮੰਗੀਏ, ਉਹ ਤੋਂ ਭੀਖ ਮੰਗ ਲਈਏ। ਗੁਰਦੇਵ ਕਹਿਣ ਲੱਗੇ, ਮੈਨੂੰ ਤਾਂ ਸਾਰੇ ਭਿਖਾਰੀ ਹੀ ਪਏ ਜਾਪਦੇ ਨੇ, ਪਰ ਮੰਗਣ ਦਾ ਢੰਗ ਵੱਖਰੋ ਵੱਖਰਾ ਹੋ ਗਿਆ। ਗੁਰਦੇਵ ਉਹ ਕੈਸਾ? ਕਹਿਣ ਲਈ ਕੋਈ ਪਾਟਿਆ ਹੋਇਆ ਪਾ ਕੇ ਬਸਤਰ ਮੰਗਦਾ ਪਿਆ ਹੈ, ਕੋਈ ਸੋਹਣੀ ਪੁਸ਼ਾਕ ਪਾ ਕੇ ਮੰਗਦਾ ਪਿਆ ਹੈ, ਸਾਰੇ ਮੰਗਤੇ ਹੀ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਪਿਆਰੇ, ਸਾਰਿਆਂ ਦਾ ਦਾਤਾ ਰਾਮ ਹੀ ਹੈ। ਭਾਵੇਂ ਪਾਟੇ ਪਾ ਕੇ ਮੰਗ, ਭਾਵੇਂ ਪੁਸ਼ਾਕ ਪਾ ਕੇ ਮੰਗ, ਦੇਣ ਵਾਲਾ ਦਾਤਾ ਇੱਕੋ ਹੀ ਹੈ। ਦ੍ਰਿੜ ਰੱਖੀ। ਇਸ ਕਰਕੇ ਕਹਿਣਾ, ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੇ ਕਾਮ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਗੁਰਦੇਵ ਦੇ ਦਰਸ਼ਨ ਕਰਦੇ ਹਾਂ, ਗੁਰਦੇਵ ਦੇ ਦਰ ਕਰਨ ਤੋਂ ਪਹਿਲਾਂ ਜ਼ਿਆਦਾ ਸ਼ਬਦ ਪੜ੍ਹਿਆ ਜਾਂਦਾ ਹੈ, ਉਹ ਕਬੀਰ ਜੀ ਦਾ ਸ਼ਬਦ ਹੈ, ਜਿਸ ਦੇ ਵਿੱਚ ਆਇਆ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਇਸ ਦੇ ਅਰਥ ਬੜੇ ਸੋਹਣੇ ਨੇ। ਕਬੀਰ ਜੀ ਬੇਨਤੀ ਪਏ ਕਰਦੇ ਨੇ, ਦਰਮਾਦੇ ਠਾਡੇ ਦਰਬਾਰ, ਹੇ ਪ੍ਰਭੂ ਮੈਂ ਤੇਰੇ ਦਰ ਤੋਂ, ਦਰ ਤੇ ਤੇਰੇ ਮੈਂ ਮੰਗਤਾ ਬਣ ਕੇ ਆਇਆ ਹੈ। ਸਾਰਾ ਅਰਦਾਸ ਦੇ ਨਾਲ ਹੀ ਟੁਕਵਾਂ, ਕਿਉਂਕਿ ਅੱਜ ਆਪਾਂ ਦ੍ਰਿੜ ਗੁਰੂ ਸਾਹਿਬ ਜੀ ਤੋਂ ਕਰਨਾ ਹੈ। ਗੁਰੂ ਜੀ ਕਰਵਾਉਂਦੇ ਨੇ ਵੀ ਅਰਦਾਸ ਕਿਸ ਅੱਗੇ ਕਰਨੀ ਹੈ ਤੇ ਤੇਰੀ ਮਨੋਬਿਰਤੀਆਂ ਕੈਸੀਆਂ ਹੋਣੀਆਂ ਚਾਹੀਦੀਆਂ ਨੇ। ਕਹਿਣ ਲੱਗੇ, ਦਰਮਾਦੇ ਠਾਡੇ ਦਰਬਾਰ। ਕਬੀਰ ਜੀ ਦਾ ਪਹਿਲਾ ਬਚਨ ਗੁਰੂ ਗ੍ਰੰਥ ਸਾਹਿਬ ਅੰਦਰ, ਹੇ ਪ੍ਰਭੂ ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਆਇਆ ਹਾਂ ਅਤੇ ਖੜਾ ਹਾਂ ਤੇਰੇ ਦਰਬਾਰ ਤੇ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਭਲਾ ਤੇਥੋਂ ਬਿਨਾ ਹੋਰ ਕੌਣ ਮੇਰੀ ਤਰਫਦਾਰੀ ਕਰ ਸਕਦਾ ਹੈ। ਦਾਤੇ ਬੂਹਾ ਖੋਲ, ਮੈਨੂੰ ਦੀਦਾਰ ਬਖਸ਼, ਤੇਰਾ ਦਰਵਾਜ਼ਾ ਖੋਲ। ਅਤੇ ਕਬੀਰ ਜੀ ਜਦੋਂ ਸ਼ਬਦ ਅੰਦਰ ਫਰਮਾਉਂਦੇ ਨੇ ਤੇ ਉਹਨਾਂ ਨੇ ਬਚਨ ਕਰਿਆ, ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਸੋ ਜਸ ਤੁਮਾਰ। ਹੁਣ ਧਨ ਧਨੀ ਕਹਿਣ ਲੱਗੇ, ਪਿਆਰੇ ਤੂੰ ਧਨ ਦਾ ਮਾਲਕ ਹੈ। ਦੂਜੀ ਗੱਲ, ਤੂੰ ਉਦਾਰ ਹੈ। ਉਦਾਰ ਦਾ ਅਰਥ ਹੈ ਜੀ ਖੁੱਲੇ ਦਿਲ ਵਾਲਾ। ਪਰਮਾਤਮਾ ਜੀ ਤੁਸੀਂ ਖੁੱਲੇ ਦਿਲ ਵਾਲੇ ਹੋ। ਤੀਜਾ ਉਹਨਾਂ ਨੇ ਬਚਨ ਕੀਤਾ, ਤੂੰ ਤਿਆਗੀ। ਹੁਣ ਤਿਆਗੀ ਦਾ ਅਰਥ ਹੈ ਜੀ ਦਾਨੀ। ਸਰਵਨਨ ਕੰਨੀ, ਪਿਆਰੇ ਤੂੰ ਹੀ ਜਗਤ ਦੇ ਸਾਰੇ ਧਨ ਪਦਾਰਥਾਂ ਦਾ ਮਾਲਕ ਹੈ ਤੇ ਬੜਾ ਹੀ ਖੁੱਲੇ ਦਿਲ ਵਾਲਾ ਦਾਨੀ ਹੈ। ਜਗਤ ਵਿੱਚ ਤੇਰੀ ਹੀ ਦਾਨੀ ਹੋਣ ਦੀ ਮਿੱਠੀ ਸੋਭਾ ਕੰਨੀ ਸੁਣੀ ਜਾਂਦੀ ਹੈ। ਤੇਰੇ ਬਿਨਾਂ ਹੋਰ ਕੋਈ ਦਾਤਾ ਹੀ ਨਹੀਂ। ਮੇਰੀ ਅਰਦਾਸ ਤੇ ਕਦੇ ਪਿਆਰੇ ਜਦੋਂ ਵੀ ਮਨ ਵਿੱਚ ਆਵੇ ਨਾ ਵੀ ਮੇਰੇ ਤੋਂ ਵਡੇਰਾ, ਤੇ ਭਗਤ ਕਬੀਰ ਜੀ ਕਹਿਣ ਲੱਗ ਪਏ, ਮੰਗਾਂ ਕੀਤੋਂ ਮੈਨੂੰ ਸਾਰੇ ਮੰਗਤੇ ਜਾਪਦੇ ਨੇ। ਕਿਵੇਂ? ਕਹਿਣ ਲੱਗੇ, ਮੰਗੋ ਕਾਹੇ
ਰੰਗ ਸਭ ਦੇਖੋ ਸਾਰੇ ਸਾਰੇ ਭਿਖਾਰੀ ਦਿਸਦੇ ਨੇ, ਤੁਝ ਹੀ ਤੇ ਮੇਰੋ ਨਿਸਤਾਰ, ਤੇਰੇ ਤੋਂ ਹੀ ਮੇਰਾ ਨਿਸਤਾਰਾ ਹੋਣਾ ਹੈ। ਅੱਗੇ ਇਹਨਾਂ ਨੇ ਹੁਣ ਭਗਤਾਂ ਦਾ ਨਾਮ ਲਿਆ। ਪਰਮਾਤਮਾ ਜੀ ਤੁਸੀਂ ਤਾਰਿਆ ਜਿਨ੍ਹਾਂ ਨੂੰ, ਉਹ ਹਨ ਜੈਦੇਓ ਨਾਮਾ, ਵਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਤੁਸੀਂ ਜੈਦੇਓ ਨੂੰ ਤਾਰਿਆ, ਨਾਮਾ ਨੂੰ ਤਾਰਿਆ, ਵਿਪ ਨੂੰ, ਸੁਦਾਮਾ। ਕਹਿਣ ਲੱਗੇ ਇਹਨਾਂ ਤੇ ਕਿਰਪਾ ਕਰਕੇ ਤੂੰ ਪਿਆਰੇ ਇਹਨਾਂ ਨੂੰ ਤਾਰਿਆ ਹੈ। ਜੈਦੇਓ ਨਾਮਾ ਵਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਤੂੰ ਚਾਰ ਪਦਾਰਥ ਦੇਣ ਲੱਗੇ ਦੇਰੀ ਨਹੀਂ ਲਾਉਂਦਾ। ਬਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਿਆਰੇ ਹਿਰਦੇ ਦਾ ਭਾਂਡਾ ਤਿਆਰ ਕਰ ਲਈ ਤੇ ਗੁਰਦੇਵ ਬਖਸ਼ਿਸ਼ ਨਾਲ ਉਸੇ ਸਮੇਂ ਹੀ ਭਰ ਦੇਵੇਗਾ। ਤੇਰਾ ਭਾਂਡਾ ਤਿਆਰ ਰਹਿਣਾ ਚਾਹੀਦਾ ਹੈ। ਤੇ ਨਾਲ ਬਚਨ ਕੀਤਾ ਪਿਆਰੇ ਜਦੋਂ ਮੰਗੇਗਾ ਨਾ, ਤੇ ਇੱਕ ਇੱਥੇ ਦੋ ਬਚਨ ਆ ਗਏ। ਭਗਤ ਜੀ ਕਹਿਣ ਲੱਗੇ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ। ਪਹਿਲੇ ਸ਼ਬਦ ਦੇ ਅੰਦਰ ਸ਼ਬਦ ਕੈਸਾ, ਪਹਿਲਾਂ ਕਹਿਣ ਲੱਗੇ ਜੇ ਹੋਰ ਦੇ ਦਰ ਤੇ ਚੱਲਿਆ ਹੈ ਨਾ ਤੇ ਮਾੜੀ ਜੀ ਸ਼ਰਮ ਨੂੰ ਹੱਥ ਮਾਰ। ਉਹ ਕਿਵੇਂ? ਕਹਿਣ ਲੱਗੀ ਰੇ ਜੀ ਨਿਲੱਜ, ਲਾਜ ਤੋਹੇ ਨਾਹੀ। ਜੇ ਹੋਰ ਦੇ ਦਰ ਤੇ ਚੱਲਿਆ ਹੈ ਨਾ ਤੇ ਇੱਕ ਸ਼ਬਦ ਸੁਣ ਕੇ ਜਾ, ਰੇ ਜੀ ਨਿਲੱਜ ਲਾਜਕਤ ਨਾਹੀ। ਹੇ ਬੇਸ਼ਰਮ ਮਨ, ਤੈਨੂੰ ਸ਼ਰਮ ਨਹੀਂ ਆਉਂਦੀ? ਕਿਉਂ ਭਗਤ ਜੀ? ਕਹਿਣ ਲੱਗੇ ਹਰ ਤਜ ਕਤ ਤਾਂ ਕਾਹੂ ਕੇ ਜਾਹੀ। ਹਰੀ ਨੂੰ ਤਜ ਕੇ ਜਿਹੜਾ ਹੁਕਮਨਾਮਾ ਗੁਰੂ ਸਾਹਿਬ ਨੇ ਬਖਸ਼ਿਆ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੁੜ ਸੁਜਾਨੀ। ਤਿਨਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੇਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਜਿਸ ਦਾ ਤਨ ਮਨ ਦਿੱਤਾ ਹੋਇਆ, ਜਿਹੜਾ ਦੁੱਖ ਸੁੱਖ ਸੁਣਦਾ ਹੈ, ਉਹਨੂੰ ਛੱਡ ਕੇ ਜੇ ਹੋਰ ਦਰ ਤੇ ਜਾਣਾ ਤੇ ਤੂੰ ਤੇਰੇ ਵਰਗਾ ਬੇਸ਼ਰਮ ਕੋਈ ਹੈ ਹੀ ਨਹੀਂ। ਰੇ ਜੀ ਨਿਲੱਜ ਲਾਜ ਤੋਏ ਨਾਹੀ। ਹਰ ਤਜ ਕਤ ਕਾਹੂ ਕੇ ਜਾਹੀ। ਹਰੀ ਨੂੰ ਤਜ ਕੇ ਜਿਹੜਾ ਤਨ ਮਨ ਧਨ ਇਹ ਤਿੰਨਾਂ ਦਾ ਪਦਾਰਥ ਦੇਣ ਵਾਲਾ ਹੈ, ਇਸ ਨੂੰ ਛੱਡ ਕੇ ਹੋਰ ਦਰ ਤੇ ਜਾਣਾ। ਗੁਰੂ ਨਾਨਕ ਸਾਹਿਬ ਦੇ ਬਚਨ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ। ਉਪਰੰਤ ਭਗਤ ਜੀ ਕਹਿਣ ਲੱਗ ਪਏ ਪਿਆਰੇ ਤੂੰ ਨਿਲੱਜ ਬੇਸ਼ਰਮ ਹੈ। ਕਹਿਣ ਲੱਗੇ ਜਾਕਾ ਠਾਕੁਰ ਉੱਚਾ ਹੋਈ। ਤੇਰਾ ਤਾਂ ਠਾਕੁਰ ਹੀ ਬੜਾ ਉੱਚਾ ਹੈ, ਤੈਨੂੰ ਜਨਮ ਦੇਣ ਵਾਲਾ ਤੇਰਾ ਠਾਕੁਰ ਉੱਚਾ ਹੈ। ਉੱਚੇ ਦੇ ਅੱਗੇ ਅਰਦਾਸ ਕਰ। ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਈ। ਸੋਹਣਾ ਨਹੀਂ ਲੱਗਦਾ ਪਰਾਏ ਘਰੇ ਜਾਂਦਾ, ਕਿਉਂਕਿ ਤੇਰਾ ਠਾਕੁਰ ਬੜਾ ਉੱਚਾ ਹੈ। ਉਸ ਅੱਗੇ ਅਰਦਾਸ ਕਰੀ। ਇੱਥੇ ਇੱਕ ਬਚਨਾਂ ਅੰਦਰ ਉਹਨਾਂ ਨੇ ਕਿਹਾ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਤੇ ਨਾਲ ਦੀ ਨਾਲ ਇੱਕ ਬਚਨ ਆਉਂਦਾ ਹੈ ਆਰਤੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਹੈ ਜੀ। ਉੱਥੇ ਕਬੀਰ ਜੀ ਨੇ ਕਿਹਾ ਵੀ ਸ਼ਰਮ ਕਿਹੜੀ? ਇੱਕ ਪਾਸੇ ਦੱਸਿਆ ਵੀ ਦੂਜੇ ਦਰ ਤੇ ਮੰਗੀਏ ਤਾਂ ਸ਼ਰਮ ਹੈ, ਇਨਸਾਨ ਸ਼ਰਮ ਨਾਲ ਹੀ ਮਰ ਜੇ। ਤੇ ਹੁਣ ਇਸ ਬਚਨ ਅੰਦਰ ਕਹਿਣ ਲੱਗੇ ਵੀ ਮਾਧੋ ਕੈਸੀ ਬੰਨੇ ਤੁਮ ਸੰਗੇ। ਕਹਿਣ ਲੱਗੇ ਦੁਨੀਆ ਦੀ ਦਰ ਤੇ ਮੈਂ ਜਦੋਂ ਵੀ ਜਾਣਾ ਉਦੋਂ ਸ਼ਰਮ ਨਾਲ ਹੀ ਮਰ ਜਾਵਾਂ, ਪਰ ਸਤਿਗੁਰੂ ਤੁਮ ਦਾਤੇ ਠਾਕੁਰ ਪ੍ਰਤਪਾਲਕ। ਜਦੋਂ ਮੈਂ ਤੇਰੇ ਦਰ ਤੇ ਆਉਣਾ ਹਾਂ, ਤੂੰ ਦਾਤਾ ਹੈ, ਤੇਰੇ ਤੋਂ ਮੰਗਣ ਲੱਗੇ ਕਿਹੜੀ ਸ਼ਰਮ ਹੈ? ਇਸ ਬਚਨ ਅੰਦਰ ਕਬੀਰ ਜੀ ਨੇ ਨਿੱਕੀ ਨਿੱਕੀ ਚੀਜ਼ ਮੰਗੀ। ਉਹ ਕਿਹੜੀ ਕਿਹੜੀ? ਕਹਿਣ ਲੱਗੇ ਮਾਧੋ ਕੈਸੀ ਬਨੇ ਤੁਮ ਸੰਗੇ। ਦੁਨੀਆ ਤੋਂ ਮੰਗਾ, ਹੋਰ ਦਾਤੇ ਤੋਂ ਮੰਗਾ ਤੇ ਸ਼ਰਮ ਨਾਲ ਮਰ ਜਾ। ਜਦੋਂ ਤੇਰੇ ਦਰ ਤੇ ਆ ਕੇ ਅਰਦਾਸ ਕਰਾਂ, ਜਦੋਂ ਮੰਗਾ, ਕਹਿਣ ਲੱਗੇ ਉਹ ਕੈਸੀ ਸ਼ਰਮ ਹੈ। ਤੇ ਜੇ ਤੂੰ ਨਹੀਂ ਦੇਗਾ ਤੇ ਫਿਰ ਵੀ ਮੈਂ ਅਰਦਾਸਾਂ ਕਰ ਕਰਕੇ ਤੇਥੋਂ ਲੈ ਹੀ ਲਊਂਗਾ। ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦੇਹੋ। ਤੂੰ ਦੇਗਾ ਨਹੀਂ ਤੇ ਲੇਵੋ ਮੰਗੇ, ਮੰਗ ਕੇ ਲੈ ਲਊਂਗਾ। ਹੁਣ ਅਸਲ ਵਿੱਚ ਕਹਿਣ ਲੱਗੇ ਭਗਤ ਜੀ ਦਾ ਆਚਰਣ ਦੇਖੋ। ਕਹਿਣ ਲੱਗੇ ਗੁਰਦੇਵ ਜੀ ਜਿਹੜੀਆਂ ਚੀਜ਼ਾਂ ਕਬੀਰ ਜੀ ਮੰਗਦੇ ਨੇ, ਕਹਿਣ ਲੱਗੇ ਪਹਿਲੀ ਚੀਜ਼ ਤਾਂ ਮੈਨੂੰ ਆਹ ਦੇ ਦਈ। ਕਿਹੜੀ ਕਬੀਰ? ਕਹਿੰਦੇ ਦੋਏ ਸਿਰ ਮੰਗੋ ਚੂਨਾ। ਕਹਿਣ ਲੱਗੇ ਦੋ ਸਿਰ ਨਾ ਮੈਨੂੰ ਆਟਾ ਦੇ ਦੀ। ਉਹਨਾਂ ਦੀ ਮਨ ਦੀ ਸਮਰੱਥਾ ਦੇਖੋ। ਪਰ ਕਹਿਣ ਲੱਗੇ ਪਿਆਰੇ ਦੁਨੀਆ ਤੋਂ ਮੰਗਾਂਗਾ ਸ਼ਰਮ ਨਾਲ ਮਰਾਂ, ਤੇਰੇ ਤੋਂ ਮੰਗਣ ਲੱਗੇ ਕਾਹਦੀ ਸ਼ਰਮ ਹੈ? ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਚੀਜ਼ ਤੇਰੇ ਤੋਂ ਹੀ ਮੰਗਾਂਗਾ। ਪਹਿਲੀ ਚੀਜ਼ ਮੰਗੀ ਦੋਏ ਸਿਰ ਮੰਗੋ ਚੂਨਾ। ਚੂਨਾ ਹੋ ਗਿਆ ਜੀ ਆਟਾ।
ਮੈਨੂੰ 2 ਸਿਰ ਆਟੇ ਦੀ ਲੋੜ ਹੈ, ਪਿਆਰੇ ਮੈਨੂੰ ਦੇ। ਦੂਜਾ ਬਚਨ ਕਰਿਆ, ਕਹਿਣ ਲੱਗੇ ਪਾਓ ਘਿਓ ਸੰਗ ਲੂਣਾ, ਕਹਿੰਗੇ 1 ਪਾਓ ਘਿਓ ਤੇ ਕੁਝ ਕੁ ਮੈਨੂੰ ਲੂਣ ਚਾਹੀਦਾ ਹੈ। ਫਿਰ ਉਹਨਾਂ ਨੇ ਕਿਹਾ ਅੱਧ ਸਿਰ ਮੰਗੋ ਦਾਲੇ, ਮੈਂ ਤੇਥੋਂ ਅੱਧਾ ਸਿਰ ਦਾਲ ਮੰਗਦਾ ਹਾਂ। ਤੇ ਫਿਰ ਮੋਕੋ ਦੋਨੋਂ ਵਕਤ ਜਿਵਾਲੇ, ਕਹਿਣ ਲੱਗੇ ਇੰਨਾ ਕੁ ਕਰਕੇ ਨਾ ਦੋਨੋਂ ਵਕਤ ਜਿਉਣ ਲਈ ਬਹੁਤ ਹੈ। ਪਹਿਲਾਂ ਉਹਨਾਂ ਨੇ ਕਿਹਾ 2 ਸਿਰ ਮੰਗੋ ਚੂਨਾ, ਭਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ। ਫਿਰ ਭਗਤ ਜੀ ਨੇ ਕਿਹਾ ਐ ਪਿਆਰੇ ਖਾਟ ਮੰਗੋ ਚੌਪਾਈ, ਮੈਂ ਤੇਰੇ ਦਰ ਤੋਂ ਇੱਕ ਮੰਜੀ ਮੰਗਦਾ ਹਾਂ 4 ਪਾਵਿਆਂ ਵਾਲੀ। ਮੈਂ ਮੰਗਦਾ ਹਾਂ 4 ਪੈਰਾਂ ਵਾਲਾ ਮੰਜਾ, ਸਿਰਹਾਨਾ ਅਵਰ ਤੁਲਾਈ, ਕਹਿਣ ਲੱਗੇ 1 ਸਿਰਹਾਣਾ ਦੇ ਦੀ, 1 ਤਲਾਈ ਭਾਵ 1 ਗਦੇਲਾ ਦੇ ਦਈ, ਤੇ ਉੱਪਰ ਕੋ ਮੰਗੋ ਖਿੰਦਾ, ਉੱਪਰ ਦੇਣ ਵਾਲੀ ਖਿੰਦਾ ਭਾਵ ਰਜਾਈ ਦੇ ਦੀ ਮੈਨੂੰ। ਉੱਪਰ ਕੋ ਮੰਗੋ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ। ਬਸ ਫਿਰ ਤੇਰਾ ਭਗਤ ਸਰੀਰਕ ਲੋੜ ਵੱਲੋਂ ਤਾਂ ਬੇਫਿਕਰ ਹੋ ਜਾਏਗਾ। ਕਹਿਣ ਲੱਗੇ ਮੇਨ ਚੀਜ਼ਾਂ ਇੰਨੀਆਂ ਬਹੁਤ ਹੈ ਸਰੀਰਕ ਲੋੜ ਵਾਸਤੇ। ਬਣ ਲੱਗੀ ਜ਼ਿਆਦੇ ਧਨ, ਕੋਈ ਮਹਿਲ ਮਾੜੀ ਇੰਨੇ ਮੰਗੀਆਂ ਵੀ ਜਿੰਨਾ ਵੱਡੇ ਜ਼ਿਆਦਾ ਹੋਏਗਾ ਉਹਨਾਂ ਵੱਡਾ ਆਕਾਰੀ ਹੋ ਜਾਏਗਾ, ਅਰਦਾਸ ਕਰਨ ਦਾ ਵਾਲੀ ਭੁੱਲ ਜਾਏਗਾ। ਕਹਿਣ ਲੱਗੇ ਤੇਰੀ ਭਗਤ ਕਰੈ ਜਨ ਥਿੰਦਾ, ਤਦ ਤੇਰਾ ਇਹ ਗੋਲਾ ਪਿਆਰ ਨਾਲ ਪ੍ਰੇਮਮਈ ਸੇਵਾ ਕਰੇਗਾ। ਮੈਂ ਨਾਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਹੁਣ ਅਸਲ ਵਿੱਚ ਗੁਰਦੇਵ ਅੱਜ ਦੇ ਬਚਨਾਂ ਦੇ ਅੰਦਰ ਦ੍ਰਿੜੀ ਪਏ ਕਰਵਾਉਂਦੇ ਨੇ, ਪਿਆਰੇ ਅਰਦਾਸ ਕਿਸ ਅੱਗੇ ਕਰਨੀ ਹੈ, ਗੁਰਦੇਵ ਨੇ ਸਾਰੀ ਬਚਨਾਂ ਅੰਦਰ ਬਖਸ਼ਿਆ। ਸਾਰੇ ਹੀ ਇਸ ਗੱਲ ਤੇ ਜਾਣੂ ਹਾਂ ਵੀ ਬਾਬਰ ਨੇ ਹਮਲਾ ਕਰਿਆ ਐਮਨਾਬਾਦ ਤੇ, ਹਮਲਾ ਹੋਇਆ, ਲੁੱਟਾ ਖੋਈ ਹੋਈ। ਹੁਣ ਪੁਰਾਤਨ ਜਨਮ ਸਾਖੀ ਦੇ ਜਦੋਂ ਪ੍ਰਮਾਣ ਪੜ੍ਹੀਏ ਬੜੇ ਸੋਹਣੇ ਬਚਨ ਮਿਲਦੇ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਕੋਲੇ ਜਦੋਂ ਬਾਬਰ ਆਇਆ ਨਾ, ਬਾਬਰ ਨੂੰ ਪਤਾ ਲੱਗਿਆ ਵੀ ਇਹ ਫਕੀਰ ਬੜਾ ਕਰਨੀ ਵਾਲਾ ਹੈ। ਆ ਕੇ ਨਮਸਕਾਰ ਕੀਤੀ, ਕਹਿਣ ਲੱਗੇ ਫਕੀਰ ਜੇ ਮੈਨੂੰ ਪਤਾ ਹੁੰਦਾ ਨਾ ਵੀ ਇਸ ਧਰਤੀ ਤੇ ਤੂੰ ਹੈ ਤੇ ਮੈਂ ਇਸ ਧਰਤੀ ਤੇ ਕਦੇ ਵਾਰ ਨਹੀਂ ਕਰਦਾ, ਚੜ੍ਹ ਕੇ ਨਹੀਂ ਆਉਂਦਾ ਸੀ। ਤੇ ਕਹਿਣ ਲੱਗੇ ਹੁਣ ਜਿਹੜਾ ਆਪ ਹੀ 4 ਪਦਾਰਥਾਂ ਦਾ ਮਾਲਕ ਹੈ, ਦੀਨ ਦੁਨੀ ਦਾ ਮਾਲਕ ਹੈ। ਤੇ ਬਾਬਰ ਕਹਿਣ ਲੱਗੇ ਫਕੀਰ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਿਆ ਫਕੀਰ ਐਮਨਾਬਾਦ ਦੀ ਮੇਰੇ ਕੋਲ ਦੌਲਤ ਬਹੁਤ ਹੈ, ਤੂੰ ਮੰਗ ਤੈਨੂੰ ਕੀ ਚਾਹੀਦਾ ਹੈ। ਗੁਰਦੇਵ ਜੀ ਨੇ ਬਚਨ ਕੀਤਾ, ਕਹਿਣ ਲੱਗੇ ਉਹ ਬਾਬਰ ਮੈਂ ਮੰਗਤਿਆਂ ਤੋਂ ਕੀ ਮੰਗਣਾ ਹੈ, ਮੰਗਣਾ ਤਾਂ ਉਸ ਤੋਂ ਚਾਹੀਦਾ ਹੈ ਜਿਹੜਾ ਦਾਤਾ ਹੈ। ਉਹ ਕਹਿਣ ਲੱਗਿਆ ਕਿਵੇਂ? ਉਹ ਕਹਿਣ ਲੱਗੇ ਸਾਰੀ ਮੰਗਤੇ। ਹੁਣ ਸ਼ਬਦ ਤਵੱਜੋ ਨਾਲ ਸੁਣਨ ਵਾਲਾ ਹੈ। ਹੁਣ ਜਨਮ ਸਾਖੀ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਪੁਰਾਤਨ ਜਨਮ ਸਾਖੀ ਦਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਬਚਨ ਫਰਮਾਇਆ, ਕਹਿਣ ਲੱਗੇ ਕਹਿ ਨਾਨਕ ਸੁਣ ਬਾਬਰ ਮੀਰ, ਤੁਮ ਤੇ ਮੰਗੇ ਸੇ ਅਹਿਮਕ ਫਕੀਰ। ਕਹਿਣ ਲੱਗੇ ਨਾਨਕ ਤੈਨੂੰ ਕਹਿੰਦਾ ਪਿਆ ਬਾਬਰ ਮੀਰ ਸੁਣ ਲੈ ਓਏ ਬਾਦਸ਼ਾਹ। ਮਤਲਬ ਕਿ ਉੱਥੇ ਉਹਨਾਂ ਨੇ ਕੋਈ ਨਿਮਰਤਾ ਵਾਲਾ ਸ਼ਬਦ ਨਹੀਂ ਵਰਤਿਆ, ਨਹੀਂ ਤਾਂ ਵਡੇਰੇ ਨੂੰ ਦੇਖ ਕੇ ਬੰਦਾ ਪਿੱਗਰ ਕੇ ਪੈਰਾਂ 'ਚ ਡਿੱਗ ਪੈਂਦਾ ਵੀ ਕੁਝ ਲੈ ਕੇ ਡਿੱਗੀ ਇਸ ਤੋਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਓਏ ਬਾਬਰ, ਕਹੋ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਅਹਿਮਕ ਹੁੰਦਾ ਹੈ ਮੂਰਖ। ਕਹਿਣ ਲੱਗੇ ਉਹ ਮੂਰਖ, ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਇੱਕ ਤਾਂ ਤੂੰ ਮੂਰਖ ਹੈ ਹੀ, ਦੂਜਾ ਉਹ ਫਕੀਰ ਵੀ ਤੇਰੇ ਤੋਂ ਵੱਧ ਮੂਰਖ ਹੈ ਜਿਹੜਾ ਤੇਰੇ ਤੋਂ ਪਿਆ ਮੰਗਦਾ ਹੈ। ਤੇ ਬਚਨ ਕਰਿਆ ਗੁਰਦੇਵ ਨੇ, ਮਤਲਬ ਕਿ ਜਰਾ ਵੀ ਨਹੀਂ ਥੜਕੇ। ਅੱਗੇ ਬਾਦਸ਼ਾਹ ਗੁਰਦੇਵ ਨੇ ਵੀ ਬਾਦਸ਼ਾਹ ਹੋਵੇਗਾ, ਚਲੋ ਆਪਣੇ ਘਰੇ ਹੋਵੇਗਾ, ਹਕੂਮਤ ਤੇ ਹੋਵੇਗਾ, ਜਿਹੜੀਆਂ ਹੁਕੂਮਤਾਂ ਬਣਾਈਆਂ ਅਸੀਂ ਉਸ ਘਰ ਵਿੱਚ ਪ੍ਰਵੇਸ਼ ਹੈ ਸਾਡਾ, ਅਸੀਂ ਇਹਦੀ ਹੁਕੂਮਤ ਨੂੰ ਕਿਉਂ ਮੰਨੀਏ। ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਕਹਿਣ ਲੱਗੇ ਅਹਿਮਕ ਹੁੰਦਾ ਮੂਰਖ, ਨਿਲੱਜ, ਬੇਸ਼ਰਮ। ਕਹਿਣ ਲੱਗੇ ਮੈਂ ਤੇਰੇ ਤੋਂ ਕਿਉਂ ਮੰਗਾ, ਤੇਰੇ ਤੋਂ ਮੰਗਣ ਵਾਲਾ ਵੀ ਬੇਸ਼ਰਮ ਹੀ ਹੋਵੇਗਾ।
ਗੁਰਦੇਵ ਨੇ ਪਹਿਲੀ ਅਰਦਾਸ ਦ੍ਰਿੜ ਕਰਨੀ ਹੀ ਉੱਥੇ ਸਿਖਾ ਦਿੱਤੀ। ਪਿਆਰੇ ਇਹਨਾਂ ਅੱਗੇ ਕਦੇ ਨਾ ਝੁਕੀ। ਗੁਰੂਦੇਵ ਕਿਹਦੇ ਅੱਗੇ ਝੁਕਾਂ, ਦਾਤਾ ਕਿਸ ਤੋਂ ਮੰਗਾ। ਇੱਕ ਹੀ ਅਰਦਾਸ ਕਰੀ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਵਈ, ਅਗੰਤ ਭਰੇ ਭੰਡਾਰ। ਦੀਨ ਦੁਨੀਆ ਦੇ ਦਿੱਤੇ ਹੋਏ ਜਿਹੜੇ ਪਦਾਰਥ ਨੇ, ਕੋਈ ਇਨਸਾਨ ਪਿਆ ਵੰਡਦਾ ਹੈ, ਕਹਿਣ ਲੱਗੇ ਇਹਨਾਂ ਦੇ ਭੰਡਾਰੇ ਵੀ ਖਾਲੀ ਹੋਣਗੇ ਅਤੇ ਸੰਸਾਰ ਤੇ ਇੱਥੇ ਜਾਮਾ ਛੱਡ ਕੇ ਇਹਨਾਂ ਦਾ ਜਾਮਾ ਤਾਂ ਕਦੇ ਸੰਸਾਰ ਵਿੱਚ ਰੁਲ ਜਾਏਗਾ, ਸੰਸਕਾਰ ਕੀਤਾ ਜਾਏਗਾ ਜਾਂ ਮਿੱਟੀ ਵਿੱਚ ਦੱਬਿਆ ਜਾਏਗਾ। ਪਿਆਰੇ ਦ੍ਰਿੜ ਕਰਕੇ ਰੱਖੀ, ਉਸ ਤੋਂ ਦਾਤਾ ਲਈ ਜਿਹੜਾ ਸਦਾ ਹੀ ਆਪ ਕਿਰਪਾ ਕਰਕੇ ਉਹਦੇ ਭੰਡਾਰੇ ਕਦੇ ਖਾਲੀ ਨਹੀਂ ਹੁੰਦੇ। ਉਹਦੇ ਅੱਗੇ ਮਨ ਦੀਆਂ ਬਿਰਤੀਆਂ ਰੱਖ ਕੇ ਅਰਦਾਸ ਕਰੀ। ਮਨ ਵਿੱਚ ਹੁਣ ਸਵਾਲ ਪੈਦਾ ਹੁੰਦਾ ਹੈ, ਸਿੱਖਾਂ ਵਿੱਚ ਅਰਦਾਸ ਪ੍ਰਚਲਿਤ ਕਦੋਂ ਹੋਈ? ਜਿਹੜੇ ਅਰਦਾਸ ਦੇ ਸ਼ਬਦ ਪੜ੍ਹਦੇ ਆ ਉਹ ਕਿਵੇਂ ਹੋਏ? ਗੁਰਦੇਵ ਕਿਰਪਾ ਕਰਨ। ਅੱਜ ਵਾਸਤੇ ਜਿਹੜੀ ਵਿਚਾਰ ਕੀਤੀ ਹੈ ਇੱਥੇ ਵਿਸ਼ਰਾਮ ਲੈਂਦੇ ਆ। ਗੁਰਦੇਵ ਅੰਮ੍ਰਿਤ ਵੇਲੇ ਕਿਰਪਾ ਕਰਕੇ ਫੇਰ ਬਖਸ਼ਣ। ਅਰਦਾਸ ਦੀ ਮਨੌਤ ਸਿੱਖਾਂ ਅੰਦਰ ਕਿਵੇਂ ਆਈ, ਕਿਵੇਂ ਅਰਦਾਸ ਪ੍ਰਚਲਿਤ ਹੋਈ, ਪੁਰਾਤਨ ਜਿਹੜੇ ਗੁਰਸਿੱਖ ਸਨ ਉਹ ਅਰਦਾਸ ਕਿਸ ਢੰਗ ਨਾਲ ਕਰਦੇ ਨੇ, ਗੁਰਦੇਵ ਜੀ ਦ੍ਰਿੜ ਕਰਵਾ ਦੇਣ। ਇੰਨੀਆਂ ਕੁ ਬੇਨਤੀਆਂ ਜੀ ਪ੍ਰਵਾਨ ਕਰੋ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।